ਵੈਲਕਮ ਟੂ ਮਾਈ ਚੈਨਲ। ਇਸ ਚੈਨਲ ਦੇ ਵਿੱਚ ਆਪਾਂ ਮਾਸਟਰ ਕੈਡਰੇ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨੂੰ ਡਿਸਕਸ ਕਰਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਫਿਜ਼ਿਕਸ ਸੈਕਸ਼ਨ ਨੂੰ ਡਿਸਕਸ ਕਰਾਂਗੇ 2017 ਦੇ ਐਗਜ਼ਾਮ ਨੂੰ। ਫਸਟ ਕੁਐਸਚਨ ਹੈ ਆਪਣੇ ਕੋਲ, ਓਸੀਲੇਸ਼ਨਸ ਬਿਕਮ ਡੈਂਪਡ ਡਿਊ ਟੂ। ਓਸੀਲੇਸ਼ਨ ਜਿਹੜੀਆਂ ਨੇ ਉਹਨਾਂ ਦੀ ਡੈਂਪਿੰਗ ਕਿਉਂ ਹੋ ਰਹੀ ਹੈ? ਡੈਂਪਿੰਗ ਮੀਨਸ ਹੈਗਾ ਕਿ ਓਸੀਲੇਸ਼ਨਸ ਦੇ ਜਿਹੜੇ ਐਂਪਲੀਟਿਊਡ ਆ ਉਹ ਟਾਈਮ ਦੇ ਨਾਲ ਡਿਕਰੀਜ਼ ਹੋ ਰਿਹਾ ਹੈ। ਇਹ ਕਿਉਂ ਹੋ ਰਿਹਾ? ਡਿਕਰੀਜ਼ ਕਿਸੇ ਵੀ ਚੀਜ਼ 'ਚ ਕਿਉਂ ਹੁੰਦਾ? ਜਦੋਂ ਉਹਨੂੰ ਕੋਈ ਅਪੋਜ਼ ਕਰਦਾ, ਜਿਵੇਂ ਕਿ ਪੈਂਡੂਲਮ ਦੀਆਂ ਓਸੀਲੇਸ਼ਨਸ ਟਾਈਮ ਦੇ ਨਾਲ ਡਿਕਰੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ, ਅਲਟੀਮੇਟਲੀ ਉਹ ਸਟਾਪ ਹੋ ਜਾਂਦਾ ਵਾਈਬਰੇਟ ਕਰਨਾ, ਤਾਂ ਉੱਥੇ ਕੀ ਲੱਗ ਰਹੀ ਹੈ? ਏਅਰ ਰੈਜ਼ਿਸਟੈਂਸ। ਤਾਂ ਫਰੋਮ ਦਾ ਆਪਸ਼ਨਸ ਆਪਾਂ ਨੂੰ ਪਤਾ ਲੱਗ ਰਿਹਾ ਕਿ ਫ੍ਰਿਕਸ਼ਨ ਜਿਹੜੀ ਹੈ ਉਹੀ ਇੱਕ ਅਪੋਜ਼ਿੰਗ ਫੋਰਸ ਹੈ ਜਾਂ ਰੈਜ਼ਿਸਟਿਵ ਫੋਰਸ ਹੈ ਜੋ ਕਿ ਡੈਂਪਿੰਗ ਦਾ ਕਾਰਨ ਹੈ। ਤਾਂ ਆਪਸ਼ਨ ਬੀ ਇਜ਼ ਕਰੈਕਟ ਆਂਸਰ। ਨੈਕਸਟ ਕੁਐਸਚਨ, determine logarithmic decrement if the amplitude of a vibrating body reduces to 1/6 in 2 cycles। ਇਹ ਕੁਐਸਚਨ ਆਪਣੇ ਕੋਲ ਵੇਵਸ ਆਰ ਵੇਰੀਏਸ਼ਨ ਤੋਂ ਅਗੇਨ। logarithmic decrement ਜਿਹੜਾ ਹੈ ਉਹ ਕੀ ਹੈ ਐਕਚੁਅਲ 'ਚ? ਰੇਟ ਐਟ ਵਿਚ ਦ ਐਂਪਲੀਟਿਊਡ ਆਫ ਅ ਡੈਮਡ ਓਸੀਲੇਸ਼ਨ ਡਿਕਰੀਜ਼ਸ ਓਵਰ ਟਾਈਮ, ਕਿ ਟਾਈਮ ਦੇ ਨਾਲ ਜਿਹੜੀ ਡੈਮਡ ਓਸੀਲੇਸ਼ਨਸ ਹੈ ਉਹਨਾਂ ਦਾ ਐਂਪਲੀਟਿਊਡ ਡਿਕਰੀਜ਼ ਕਰ ਰਹੇ ਹੈ। ਠੀਕ ਹੈ, ਲੋਗਰਿਥਮਿਕ ਡਿਕਰੀਮੈਂਟ ਨੂੰ ਕੱਢਣ ਵਾਸਤੇ ਆਪਾਂ ਨੂੰ ਇੱਕ ਕੇਸ ਦਿੱਤਾ ਹੋਇਆ ਹੈ ਕਿ ਇਫ ਦ ਐਂਪਲੀਟਿਊਡ ਆਫ ਅ ਵਾਈਬਰੇਟਿੰਗ ਬੋਡੀ ਦਾ ਜਿਹੜਾ ਐਂਪਲੀਟਿਊਡ ਹੈ ਉਹ ਰਿਡਿਊਸ ਕਰ ਗਿਆ ਓਰੀਜਨਲ ਐਂਪਲੀਟਿਊਡ ਨਾਲੋਂ 1/6। ਕਿੰਨੇ ਸਾਈਕਲਸ ਦੇ ਵਿੱਚ? 2 ਸਾਈਕਲਸ ਦੇ ਵਿੱਚ। ਤਾਂ ਆਪਣੇ ਕੋਲ ਇੱਕ ਹੋਰ ਡੈਫੀਨੇਸ਼ਨ ਵੀ ਹੈ ਲੋਗਰਿਥਮਿਕ ਡਿਕਰੀਮੈਂਟ ਦੀ, in the form of formula, it's the natural logarithm of the ratio of 2 successive amplitude of the oscillation। ਠੀਕ ਹੈ, ਤਾਂ ਇੱਥੋਂ ਦੀ ਕੀ ਆਪਣੇ ਕੋਲ, ਜਿਵੇਂ ਕਿ ਆਪਾਂ ਡਾਇਗਰਾਮ 'ਚ ਵੀ ਦੇਖ ਸਕਦੇ ਹਾਂ, ਡਾਇਗਰਾਮ ਜਿਹੜੀ ਆਪਾਂ ਨੂੰ ਡੈਮਡ oscillation ਦੀ ਦਿੱਤੀ ਵੀ ਹੈ, ਐਂਪਲੀਟਿਊਡ ਲਗਾਤਾਰ ਕੀ ਕਰ ਰਿਹਾ? ਟਾਈਮ ਦੇ ਨਾਲ ਡਿਕਰੀਜ਼ ਕਰ ਰਿਹਾ। ਤਾਂ ਡੈਲਟਾ ਜਿਹੜਾ ਹੈ ਉਹ ਕੀ ਹੈ? ਲੋਗਰਿਥਮਿਕ ਡਿਕਰੀਮੈਂਟ। ਇਹਦਾ ਫਾਰਮੂਲਾ ਕੀ ਹੈ? 1/n ਨੈਚੁਰਲ log a0/an। ਜਿਹੜਾ n ਹੈ ਆਪਣੇ ਕੋਲ ਨੰਬਰ ਆਫ ਸਾਈਕਲ ਹੈ, ਆਪਣੇ ਕੋਲ ਨੰਬਰ ਆਫ ਸਾਈਕਲ ਕਿੰਨੇ ਦਿੱਤੇ ਹੋਏ? 2 ਸਾਈਕਲਸ ਦੇ ਵਿੱਚ ਕਿ ਹੈ, ਤਾਂ an ਕੀ ਹੋ ਜਾਏਗਾ? a2, ਅਤੇ a2 ਕਿਹਦੇ ਇਕੁਅਲ ਹੋ ਜਾਏਗਾ ਆਪਣੇ ਕੋਲ? 1/6 ਆਫ ਦ ਓਰੀਜਨਲ ਐਂਪਲੀਟਿਊਡ। ਠੀਕ ਹੈ, ਤਾਂ ਇੱਥੇ ਜਦੋਂ ਆਪਾਂ ਵੈਲਿਊਜ਼ ਭਰਾਂਗੇ 1/2 ਨੈਚੁਰਲ log a0/a0/6, ਤਾਂ ਆਪਣੇ ਕੋਲ ਕੀ ਆ ਜਾਊਗਾ? a0 ਨਾਲ a0 ਕੈਂਸਲ ਹੋ ਜਾਏਗਾ, ਤਾਂ ਆਪਣੇ ਕੋਲ ਕੀ ਆ ਜਾਊਗਾ? 1/2 ਨੈਚੁਰਲ log 6। ਨੈਚੁਰਲ log 6 ਨੂੰ ਆਪਾਂ ਕੀ ਲਿਖ ਸਕਦੇ ਹਾਂ? 6 ਨੂੰ 2 × 3, ਅਤੇ ਇੱਥੇ ਆਪਾਂ log ਦੀ ਪ੍ਰੋਪਰਟੀ ਯੂਜ਼ ਕਰ ਰਹੇ ਹਾਂ, log 2 + log 3। ਇੱਥੇ ਮੈਂ ਮੈਂਸ਼ਨ ਕਰ ਰਹੀ ਹਾਂ log mn ਮਲਟੀਪਲਾਈ ਜਦੋਂ ਹੁੰਦਾ ਤਾਂ log ਜਿਹੜਾ ਹੈ ਉਹ ਪਲੱਸ ਦੀ ਫੋਰਮ 'ਚ ਸੈਪਰੇਸ਼ਨ ਆ ਜਾਂਦੀ ਹੈ ਆਪਣੇ ਕੋਲ। ਤਾਂ ਹੁਣ ਇਹ ਆਪਾਂ ਨੂੰ ਜਿਹੜੀਆਂ ਵੈਲਿਊਜ਼ ਨੇ log ਦੀਆਂ ਇਹ ਯਾਦ ਹੀ ਹੋਣੀਆਂ ਚਾਹੀਦੀਆਂ ਨੇ। 0.693 ਪਲੱਸ ਨੈਚੁਰਲ log 3 ਦੀ ਵੈਲਿਊ ਹੁੰਦੀ ਹੈ 1.098। ਜਦੋਂ ਆਪਾਂ ਐਡ ਕਰਾਂਗੇ ਆਪਣੇ ਕੋਲ ਕੀ ਆ ਜਾਊਗਾ? 1.791, ਅਤੇ ਆਪਣੇ ਕੋਲ ਫਾਈਨਲ ਆਨਸਰ ਕੀ ਆ ਜਾਊਗਾ? 0.895। ਇਹ ਆਪਣੇ ਕੋਲ ਆਪਸ਼ਨ ਜਿਹੜਾ ਹੈ ਸੀ ਦੇ ਨਾਲ ਮੈਚ ਕਰ ਰਿਹਾ ਹੈ, ਸੋ ਆਪਸ਼ਨ ਸੀ ਇਜ਼ ਕਰੈਕਟ। ਨੈਕਸਟ ਕੁਐਸਚਨ, assuming the age of the earth to be 10⁻10 years, what fraction of the amount of uranium 38 still exist on earth? ਇਹ ਆਪਣੇ ਕੋਲ ਕੀ ਅਜ਼ਿਊਮ ਕਰਨ ਨੂੰ ਕਿਹਾ ਕਿ ਅਰਥ ਦੀ ਏਜ ਆਪਣੇ ਕੋਲ ਕਿੰਨੀ ਹੈ? 10⁻10 ਈਅਰਸ ਹੈ। ਇਹ ਨਿਊਕਲੀਅਸ ਦੇ ਵਿੱਚੋਂ ਕੁਐਸਚਨ ਹੈ ਆਪਣੇ ਕੋਲ, ਹਾਫ ਲਾਈਫ ਦਾ ਟੋਪਿਕ ਹੈ ਕਿ ਫ੍ਰੈਕਸ਼ਨਲ ਅਮਾਊਂਟ ਕੱਢਣਾ ਯੂਰੇਨੀਅਮ 236 ਦੀ ਕਿ ਕਿੰਨੀ ਐਗਜ਼ਿਸਟ ਕਰ ਰਹੀ ਹੈ ਅਗਰ ਹਾਫ ਲਾਈਫ ਆਪਾਂ ਨੂੰ ਪਤਾ। ਤਾਂ ਹਾਫ ਲਾਈਫ ਕਿਹਦੀ ਹੋਏਗੀ? ਇੱਕ ਰੇਡੀਓ ਐਕਟਿਵ ਐਲੀਮੈਂਟ ਦੀ। ਤਾਂ ਯੂਰੇਨੀਅਮ ਇੱਕ ਰੇਡੀਓ ਐਕਟਿਵ ਐਲੀਮੈਂਟ ਹੈ ਜੋ ਕਿ ਲਗਾਤਾਰ ਡਿਕੇ ਕਰ ਰਿਹਾ ਅਤੇ ਕਨਵਰਟ ਹੋ ਰਿਹਾ ਲੈਡ ਦੇ ਵਿੱਚ। ਤਾਂ ਹੁਣ ਇਹਦੇ ਮਤਲਬ ਇਹ ਵੀ ਹੈ ਕਿ ਅਗਰ ਇਨੀਸ਼ੀਅਲੀ ਯੂਰੇਨੀਅਮ 100 ਹੈ ਤਾਂ ਜਿਹੜੀ ਆਪਾਂ ਨੂੰ ਗਿਵਨ ਹੈ ਹਾਫ ਲਾਈਫ, ਮਤਲਬ ਇੰਨੇ ਈਅਰਸ ਬਾਅਦ 4.5 × 10⁻9 ਈਅਰਸ ਬਾਅਦ ਉਹ ਕੀ ਰਹਿ ਜਾਣਗੇ? ਹਾਫ ਰਹਿ ਜਾਣਗੇ। ਫਰਦਰ ਨੈਕਸਟ ਹਾਫ ਲਾਈਫ ਦੇ ਵਿੱਚ ਨੈਕਸਟ ਇੰਨੇ ਈਅਰਸ ਬਾਅਦ ਉਹ ਕਿੰਨੇ ਰਹਿ ਜਾਣਗੇ? 25। ਨੈਕਸਟ ਬਾਅਦ 12.5, ਨੈਕਸਟ ਤੋਂ ਬਾਅਦ 6.25, ਮੀਨਸ ਉਸ ਪਰਟੀਕੂਲਰ ਅਮਾਊਂਟ ਦਾ ਹਾਫ ਹੋ ਜਾਊਗਾ। ਠੀਕ ਹੈ, ਇੱਥੇ ਵੀ ਆਪਾਂ ਦੇਖ ਸਕਦੇ ਹਾਂ ਕਿ ਰੇਡੀਓ ਐਕਟਿਵ ਏਜ ਡੇਟਿੰਗ ਯੂਰੇਨੀਅਮ ਦੀ ਦਿਖਾਈ ਹੋਈ ਹੈ। ਠੀਕ ਹੈ, ਤਾਂ ਹੁਣ ਕਿੰਨੀਆਂ ਹਾਫ ਲਾਈਫਸ ਹੋਣਗੀਆਂ ਅਕੋਰਡਿੰਗ ਟੂ ਦ ਏਜ ਆਫ ਅਰਥ, ਤਾਂ ਹੀ ਆਪਾਂ ਫ੍ਰੈਕਸ਼ਨ ਅਮਾਊਂਟ ਫਾਈਂਡ ਕਰ ਲਾਂਗੇ। ਤਾਂ ਆਪਣੇ ਕੋਲ ਪਹਿਲਾਂ ਨੰਬਰ ਆਫ ਹਾਫ ਲਾਈਫਸ ਫਾਈਂਡ ਕਰਾਂਗੇ ਜੋ ਕਿ n ਨਾਲ ਡਿਨੋਟ ਕਰਦੇ ਹਾਂ। ਆਪਣੇ ਕੋਲ ਕੀ ਦਿੱਤਾ ਹੋਇਆ? ਟੋਟਲ ਟਾਈਮ ਦਿੱਤਾ ਹੋਇਆ 10⁻10 ਈਅਰਸ, ਤਾਂ ਇਸ ਨੂੰ ਕੀ ਲਿਖ ਸਕਦੇ ਹਾਂ? 10 × 10⁻9 ਈਅਰਸ ਦੀ ਫੋਰਮ 'ਚ। ਠੀਕ ਹੈ, ਅਤੇ ਜਿਹੜਾ ਟੀ ਹਾਫ ਹੈ ਆਪਣੇ ਕੋਲ ਕੀ ਦਿੱਤਾ ਹੋਇਆ? 4.5 × 10⁻9 ਈਅਰਸ।
तो अपने कोल की हो जाऊगा एन कितना आ जाऊगा टी टोटल टाइम बाय टी हाफ, ठीक है। तो ये आप जो फिल करांगे 10 × 10⁻9 डिवाइडेड बाय 4.5 × 10⁻9, 10⁻9 कैंसल हो जाऊगा, अपने कोल की आ जाऊगा 100/45, तो यह की आ जाऊगा 2.22। इनिया अपने कोल हाफ लाइफ्स आ गई। तो हुण जो अपने फ्रैक्शनल अमाउंट कढ़नी है, फ्रैक्शनल अमाउंट ऑफ यूरेनियम 238 एग्जिस्ट, ठीक है। तो वह आपू फॉर्मूला पता है n/n0 1/2 दी पावर n। ये अपने को रेशो है, फ्रैक्शन के है, और जिन्नियां रिमेनिंग रह गई डिवाइडेड बाय जिन्नियां ओरिजिनल है इज इक्वल टू 1/2 दी पावर n। n जो है अपने को नंबर ऑफ हाफ लाइफ्स ने। 1.2 आप लिख सकते हैं 0.5, n की वैल्यू फिल करा 2.22। जो आप 0.5 का स्क्वायर करा तो अपने को आ जाता है 0.25, स्क्वेयर करके ही आता है। अगर आप एप्रोक्स 2 वैल्यू ले लीए तो अगे है 0.22, तो ये होर भी डिक्रीज कर जूगा। तो आप एग्जैक्ट वैल्यू तो नहीं कर सकते, बट आप एप्रोक्सीमेट वैल्यू नियर अबाउट वैल्यू कर सकते हैं। तो वो कि इक्वल होएगा 0.2143 दे, जो अपने को ऑप्शन ए आ रहा है। सो ऑप्शन ए इज़ करेक्ट। नेक्स्ट क्वेश्चन, काइनेटिक एनर्जी ऑफ द अल्फा पार्टिकल एमिटेड इन द डिके of radium into radon is measured to be 4.78 mega electron volt. What is the total disintegration of energy or Q value of this process? ये क्वेश्चन भी अगेन न्यूक्लीयर दे विचों है अपने कोल। इहदे विच की है अपने कोल, आपां नूं अल्फा डिके बारे बहुत अच्छी तरह नॉलेज है। उहदे विच की हुंदा एक न्यूक्लीयस है जिहदा एटॉमिक मास है A ते एटॉमिक नंबर है Z। जो अल्फा डिके हुंदा तो एक नवे न्यूक्लीयस दे विच कन्वर्ट हो जाता है, जिहदा अपने कोल न्यू मास नंबर मास कितना होंदा है A-4, मतलब डिक्रीज बाय 4, तो जो एटॉमिक नंबर होंदा है वो कितना हो जाता है डिक्रीज बाय 2। क्योंकि उन्हें अल्फा डिके किया तो अपने को हीलियम न्यूक्लीयस जोड़ा है वो एमिट कर जाता है, प्लस अपने को की आ जाता है Q। यही Q वैल्यू क्वेश्चन च पूछी गई है। Q की है एनर्जी जी रिलीज़ हुई है, ठीक है, डिसइंटीग्रेशन एनर्जी। तो हुण आप अपने क्वेश्चन ते आने कि काइनेटिक एनर्जी का दी हुई है, अल्फा पार्टिकल की दी हुई है, ठीक है। ये अपने को की है अल्फा पार्टिकल, हीलियम न्यूक्लियस में अल्फा पार्टिकल कहते हैं। तो अगर आप इसनों कंपेयर करिए कि अपने को रेडियम का जोड़ा अपने को एटॉमिक नंबर है, एटॉमिक मास है 226, एटॉमिक नंबर 88, दिस इज कन्वर्टेड टू रेडॉन Rn 222, 86 अपने को एटॉमिक नंबर है, प्लस अगेन हीलियम न्यूक्लियस प्लस Q, ठीक है। तो अपने को काइनेटिक एनर्जी गिवन है अल्फा पार्टिकल की, तो Q फाइंड करना है। काइनेटिक एनर्जी एंड Q वैल्यू आर रिलेटेड बाय दिस फार्मूला। काइनेटिक एनर्जी इज इक्वल्स टू A-4/A इंटू Q। तो Q की आ जाएगा इतों अपने को A/A-4 इंटू काइनेटिक एनर्जी। Q अपने को की आ जाएगा 226/222 इंटू 4.78 मैगा इलैक्ट्रॉन वोल्ट दे विच अपने को आंसर मैगा इलैक्ट्रॉन वोल्ट दे विच आएगा। आप देख सकते हैं जी आह वैल्यू है दैट इज़ नियर अबाउट 1 बट ग्रेटर दैन 1। तो अगर आप ये वैल्यू 1 मल्टीप्लाई करेंगे 4.78 नाल, तो यह 4 पॉइंट समथिंग ही कुछ आएगा बट ग्रेटर होएगा इस तो आप ये अप्रॉक्स वैल्यू नियर अबाउट वैल्यू देख लें 4.865 मैगा इलैक्ट्रॉन वोल्ट आ जाएगा, ठीक है। तो अपने को बी की है ये आंसर है, ऑप्शन बी इज़ करेक्ट। नेक्स्ट क्वेश्चन, वट इज़ द ग्राउंड स्टेट स्पिन एंड पैरिटी ऑफ एलूमीनियम। एलूमीनियम का ये बहुत क्वेश्चन जोड़ा है इंपॉर्टेंट है, क्योंकि स्पिन ते पैरिटी बारे किसी भी एलीमेंट का पूछ सकते हैं। तो यह न्यूक्लीयर का ही क्वेश्चन है, न्यूक्लीयर शैल मॉडल चों। तो स्पिन ते पैरिटी जिहड़ी है डिटरमाइन की जा सकती है लास्ट अनपेयर्ड न्यूक्लियन तो। न्यूक्लियन किहड़े हुंदे ने अपने कोल, प्रोटोन ते न्यूट्रॉन हुंदे ने, ठीक है। वो जिहड़ा भी अनपेयर्ड होगा वो डिसाइड करूगा, ठीक है। तो जिहड़ी अपने कोल स्पिन है वो कौन दसदा जे टोटल एंगुलर मोमेंटम, तो जिहड़ी पैरिटी है वो अपन कितों पता लगती है एल तो, ऑर्बिटल एंगुलर मोमेंटम तो, ठीक है। ये दोनों चीज़ां जिहड़ियां ने रोल प्ले करदियां नेगियां। हुण जे ते एल किवें फाइंड करना है वो देखो, अगर आप इहदी विच फाइंड कर लिए एलूमीनियम दे विच नंबर ऑफ प्रोटोन्स ते न्यूट्रॉन, Z अपने कोल हैगा 13,
जो कि इक्वल्स टू द नंबर ऑफ प्रोटोन्स होंगे। नंबर ऑफ न्यूट्रॉन्स जोड़े ने वो की होंगे A माइनस Z, मतलब 27 माइनस 13 अपने को की आ जाऊगा 14। ये अपने को की आ गया ईवन आ गया। तो नंबर ऑफ न्यूट्रॉन्स की ने ईवन ने मतलब एक दूजे नाल पेयर अप हो जाएंगे, तो ये कोई भी कॉन्ट्रीब्यूशन नहीं देंगे स्पिन ते पैरिटी दे विच। जिवें कि आप देखिए लास्ट अनपेयर्ड न्यूक्लियन ही डिसाइड करता है। तो अपने को की रह गया सिर्फ प्रोटोन्स ही पार्टिसिपेट करेंगे। नाउ वी विल fill nuclear shells with the protons in different orbitals of different energies। ठीक है, तो न्यूक्लियर शैल मॉडल के अकॉर्डिंग ਜਿਹੜੀਆਂ न्यूक्लियर कॉन्फिगरेशन है वो किद्दां हुंदी है 1s1/2, 1s3/2, 1s1/2, 1d5/2। सो इत्थे आएगा P। हुण पहला फिलिंग दिंदे आं दी आपां इत्थे नंबर ऑफ प्रोटोन्स किन्ने आएंगे 2, इत्थे P दे विच किन्ने होणगे 4, इहदे विच किन्ने होणगे 2। हुण अगर आप ऐड ऑन करिए क्योंकि आप 13 फिल करने ने 2 + 4 कितना हो गया 6, 6 + 2 किन्ने हो गया 8, रिमेनिंग किन्ने रह गए 5 रह गए। तो टोटल किन्ने हो गए 8 + 5 13। तो जो लास्ट अनपेयर्ड न्यूक्लियन है वो किहदे विच जाएगा 1d5/2 दे विच। ठीक है, नाउ आपां इहनूं कंपेयर करांगे NLJ दे नाल। जिहड़ा N है वो प्रिंसिपल क्वांटम नंबर है, उरे 1 है। जिहड़ा L है उरे की है D है, जो कि आपां नूं ऑर्बिटल एंगुलर मोमेंटम बारे दस रहा है। फॉर D L की वैल्यू कितनी आ जाऊगी 2। जिहड़ा J है वो की अपने को टोटल एंगुलर मोमेंटम है, J की वैल्यू कितनी है 5/2। तो आपां ने गल की है डिस्कशन की है कि जिहड़ा टोटल एंगुलर मोमेंटम है J है वो स्पिन दसदा है, मतलब स्पिन कितनी आएगी 5/2। तो जिहड़ी पैरिटी है वो अपन नूं L तो पता लगती है। पैरिटी का फॉर्मूला की है अपने को P = -1 दी पावर L -1 2 एक की आ गए अपने को पॉजिटिव आ गई। ठीक है, तो इत्थे की आ जाऊगा पॉजिटिव या नैगेटिव होंगे पॉजिटिव। तो आंसर A इज़ करैक्ट। नैक्सट क्वेश्चन, कैलकुलेट द मिनिमम एनर्जी ऑफ गैमा रेज नेसेसरी टू डिसइंटीग्रेट अ ड्यूट्रॉन इंटू अ प्रोटोन एंड द न्यूट्रॉन। आपने की करना है गैमा रेज की मिनिमम एनर्जी करनी है। की कर रहे हैं आप ड्यूट्रॉन जो कि आइसोटोप है हाइड्रोजन का, मतलब 2H1 नू डिसइंटीग्रेट कौन कर रहा है गैमा रेज। किहदे विच डिसइंटीग्रेट कर रहे हैं प्रोटोन दे विच ते न्यूट्रॉन दे विच। ठीक है, ये कन्वर्जन होगी। तो आपने की करना जिहड़ियां गैमा रेज इसनूं डिसइंटीग्रेट कर रही हैं उसकी मिनिमम एनर्जी फाइंड करनी है। पहली गल तो यह जो बाइंड होया इनू आप डिसइंटीग्रेट कर रहे हैं 2 दे विच, है ना। तो जो बाइंड होया मतलब किसी एनर्जी ना बाइंड होया मतलब बाइंडिंग एनर्जी दे विच बाइंडिंग एनर्जी चाहिए है गैमा रेज नूं। तो मिनिमम एनर्जी कितनी होगी बाइंडिंग एनर्जी के इक्वल होएगी बाइंडिंग एनर्जी ऑफ द ड्यूट्रॉन दे। तो बाइंडिंग एनर्जी कड्ढण वास्ते आपां नूं सब तो पहलां की करना पऊगा मास डिफेक्ट करना पएगा। मास डिफेक्ट किद्दां कड्ढदे आं आपां, मास ऑफ प्रोडक्ट्स माइनस मास ऑफ पेरेंट न्यूक्लियस। मास ऑफ प्रोडक्ट्स मतलब प्रोडक्ट के अपन प्रोटोन ते न्यूट्रॉन मिल रहे हैं, मास ऑफ प्रोटोन प्लस मास ऑफ न्यूट्रॉन। इस चो की माइनस कर देंगे मास ऑफ पेरेंट अपने को न्यूक्लियस किहड़ा है ड्यूट्रॉन। ठीक है, तो अपने को की आ जाऊगा गिवन वैल्यूज़ अपन गिवन ने इहदियां 1.00759 प्लस 1.00898 ये एड ऑन कर लाँगे, माइनस अपने को की आ जाऊगा 2.01471 AMU दे विच आपां नूं वैल्यूज़ पता नहीं। तो जो आप सॉल्व करांगे ये अपने को आंसर आ जाऊगा 0.00186 AMU आ जाऊगा। डेल्टा M अपने को की आ गया AMU दे विच आ गया। तो हुण बाइंडिंग एनर्जी कड्ढण दे 2 तरीके ने, बाइंडिंग एनर्जी या एनर्जी डेल्टा MC² या फिर बाइंडिंग एनर्जी डेल्टा M इंटू 931 राउंड ऑफ करके यूज़ करें मेगा इलेक्ट्रोन वोल्ट।
ਇਹ ਆਪਾਂ ਫਾਰਮੂਲਾ ਉਦੋਂ ਯੂਜ਼ ਕਰਾਂਗੇ ਜਦੋਂ ਆਪਣੇ ਕੋਲ ਜਿਵੇਂ ਆਨਸਰ 'ਚ ਆਪਾਂ ਦੇਖ ਰਹੇ ਹਾਂ ਆਨਸਰ ਬਾਈਂਡਿੰਗ એનર્ਜੀ ਦਾ ਮੈਗਾ ਇਲੈਕਟ੍ਰੋਨ ਵੋਲਟ 'ਚ ਆ ਰਿਹਾ, ਇਹ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਬਾਈਂਡਿੰਗ એનર્ਜੀ ਜਾਊਲ 'ਚ ਚਾਹੀਦੀ ਹੈ। ਤਾਂ ਇਹ ਤਾਂ ਆਪਾਂ ਨੇ ਸਕਿਪ ਕਰਤਾ ਮੈਥਡ, ਤਾਂ ਆਪਣੇ ਕੋਲ ਸਿਰਫ ਇਹੀ ਰਹਿ ਗਿਆ। ਇਹਦੇ ਵਿੱਚ ਕੀ ਇੱਕ ਉਦੋਂ ਯੂਜ਼ ਹੁੰਦਾ ਫਾਰਮੂਲਾ ਜਦੋਂ ਡੈਲਟਾ ਐਮ AMU ਦੇ ਵਿੱਚ ਹੈ, ਤਾਂ AMU ਤੋਂ ਆਪਾਂ ਮੈਗਾ ਇਲੈਕਟ੍ਰੋਨ ਵੋਲਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਤਾਂ 0.00186 ਜਦੋਂ ਆਪਾਂ 931 ਨਾਲ ਮਲਟੀਪਲਾਈ ਕਰਾਂਗੇ ਮੈਗਾ ਇਲੈਕਟ੍ਰੋਨ ਵੋਲਟ ਨਾਲ, ਤਾਂ ਆਪਣੇ ਕੋਲ ਕੀ ਆ ਜਾਂਦਾ 1.721 ਅਪਰੋਕਸ ਮੈਗਾ ਇਲੈਕਟ੍ਰੋਨ ਵੋਲਟ 'ਤੇ ਆ ਜਾਂਦਾ। ਤਾਂ ਆਪਾਂ ਆਪਸ਼ਨਸ ਦੇ ਵਿੱਚ ਦੇਖ ਰਹੇ ਹਾਂ ਕਿ ਬੀ ਆਪਸ਼ਨ ਦੇ ਨੀਅਰ ਹੈ ਇਹ ਆਂਸਰ, ਤਾਂ ਆਪਸ਼ਨ ਬੀ ਇਜ਼ ਕਰੈਕਟ। ਨੈਕਸਟ ਕੁਐਸਚਨ, ਨਿਊਕਲੀਅਰ ਕ੍ਰੋਸ ਸੈਕਸ਼ਨ ਹੈਜ਼ ਦ ਡਾਇਮੈਂਸ਼ਨਸ ਆਫ ਨਿਊਕਲੀਅਰ ਕ੍ਰੋਸ, ਇਹ ਵੀ ਅਗੇਨ ਨਿਊਕਲੀਅਸ ਤੋਂ ਹੈ ਕੁਐਸਚਨ। ਨਿਊਕਲੀਅਰ ਕ੍ਰੋਸ ਸੈਕਸ਼ਨ ਦਾ ਜਿਹੜੇ ਯੂਨਿਟਸ ਹੁੰਦੇ ਨੇ ਉਹ ਬਾਰਨ ਹੁੰਦੇ ਨੇ, ਅਤੇ ਬਾਰਨ ਦੀ ਜਿਹੜੀ ਵੈਲਿਊ ਹੈ 10⁻⁻28 ਮੀਟਰ ਸਕੁਅਰ ਹੈ, ਅਤੇ ਮੀਟਰ ਸਕੁਅਰ ਕਿਹਦੇ ਯੂਨਿਟਸ ਨੇ, ਏਰੀਆ ਦੇ, ਅਤੇ ਇਹਦੇ ਹੀ ਕੀ ਹੋਣਗੇ, ਡਾਇਮੈਂਸ਼ਨਸ ਹੋਣਗੇ। ਸੋ ਆਂਸਰ ਏ ਇਜ਼ ਕਰੈਕਟ, ਠੀਕ ਹੈ। ਬਟ ਇੱਥੇ ਨੌਲੇਜ ਵਾਲੀ ਗੱਲ ਕਿਹੜੀ ਹੈ ਕਿ ਨਿਊਕਲੀਅਰ ਕ੍ਰੋਸ ਸੈਕਸ਼ਨ ਦੀ ਗੱਲ ਕਿਉਂ ਕੀਤੀ ਗਈ ਹੈ, ਕਿਉਂਕਿ ਜਦੋਂ ਵੀ ਦੋ ਨਿਊਕਲੀਅਸ ਇੰਟਰੈਕਟ ਕਰਦੇ ਨੇ ਤਾਂ ਉਦੋਂ ਆਪਾਂ ਇਹਨੂੰ ਯੂਜ਼ ਕਰਦੇ ਹਾਂ ਕਿ ਜਿੰਨਾ ਜ਼ਿਆਦਾ ਕ੍ਰੋਸ ਸੈਕਸ਼ਨ ਹੋਏਗਾ ਉਨਾ ਹੀ ਜ਼ਿਆਦਾ ਪ੍ਰੋਬੇਬਿਲਿਟੀ ਹੋਏਗੀ ਆਫ ਇੰਟਰੈਕਸ਼ਨ ਆਫ ਟੂ ਨਿਊਕਲੀਅਸ, ਜਾਂ ਜੋ ਵੀ ਨਿਊਕਲੀਅਸ ਇੰਟਰੈਕਟ ਕਰ ਰਹੇ ਨੇ। ਤਾਂ ਇਹਦਾ ਬਹੁਤ ਵੱਡਾ ਰੋਲ ਹੈ ਇੰਟਰੈਕਸ਼ਨ ਦੇ ਵਿੱਚ, ਪ੍ਰੋਬੇਬਿਲਿਟੀ ਦੱਸਦਾ ਹੈ। ਨੈਕਸਟ ਕੁਐਸਚਨ, in Young's double slit experiment, two coherent sources of intensity ratio of 64:1 produce interference fringes। ਇਹ ਕੁਐਸਚਨ ਹੈਗਾ ਆਪਟਿਕਸ ਚੋਂ, ਯੰਗਸ ਡਬਲ ਸਲਿਟ ਐਕਸਪੈਰੀਮੈਂਟ। ਇਹ ਸੈਟਅਪ ਦਿਖਾਇਆ ਹੈ ਡਾਇਗਰਾਮ ਦੇ ਵਿੱਚ ਕਿ ਇਹ ਸੈਟਅਪ ਹੈ, ਇੰਟਰਫੇਰੈਂਸ ਪੈਟਰਨ ਆਪਾਂ ਨੂੰ ਮਿਲ ਜਾਂਦਾ, ਮੈਕਸਿਮਮ ਮਿਨੀਮਮ ਫਰਿੰਜਸ ਬਣਦੀਆਂ ਨੇ ਆਪਣੇ ਕੋਲ ਪੈਟਰਨ ਦੇ ਵਿੱਚ, ਠੀਕ ਹੈ। ਰਿਜ਼ਲਟ ਦੇ ਵਿੱਚ ਦੋ ਕੋਹਰੈਂਟ ਸੋਰਸਿਸ ਨੇ, ਉਹਨਾਂ ਦੀ ਇੰਟੈਂਸਿਟੀਜ਼ ਆਪਾਂ ਨੂੰ ਮੈਂਸ਼ਨ ਹੈ, ਮਤਲਬ ਆਪਾਂ ਸਪੋਜ਼ ਕਰ ਲੈਂਦੇ ਕਿ I1/I2 ਆਪਾਂ ਨੂੰ ਦਿੱਤਾ ਹੋਇਆ 64/1, ਠੀਕ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਇੰਟੈਂਸਿਟੀ ਆਫ ਅ ਵੇਵ ਇਜ਼ ਪ੍ਰਪੋਰਸ਼ਨਲ ਟੂ ਦ ਸਕੇਅਰ ਆਫ ਇਟਸ ਐਂਪਲੀਟਿਊਡ, ਮਤਲਬ ਇੰਟੈਂਸਿਟੀ ਜਿਹੜੀ ਹੈ ਉਹ ਐਂਪਲੀਟਿਊਡ ਦੇ ਨਾਲ ਰਿਲੇਸ਼ਨ ਦੇ ਵਿੱਚ ਹੈ, I ਡਾਇਰੈਕਟਲੀ ਪ੍ਰਪੋਰਸ਼ਨਲ ਟੂ A ਸਕੇਅਰ। ਸਿਮਿਲਰਲੀ ਜਿਹੜਾ A ਪ੍ਰਪੋਰਸ਼ਨਲ ਹੋਏਗਾ √ ਆਫ I ਹੋਏਗਾ, ਠੀਕ ਹੈ। ਨਾਓ ਕੰਸੀਡਰ ਕਰ ਲੈਂਦੇ ਹਾਂ ਕਿ ਫਸਟ ਕੋਹਰੈਂਟ ਸੋਰਸ ਦੇ ਵਿੱਚੋਂ ਜਿਹੜੀ ਵੇਵ ਆ ਰਹੀ ਹੈ ਉਹਦਾ ਐਂਪਲੀਟਿਊਡ ਹੋਏਗਾ A1, ਅਤੇ ਦੂਸਰੇ ਦਾ ਕੀ ਹੋਏਗਾ, ਦੂਸਰੇ ਸੋਰਸ ਦੇ ਵਿੱਚ ਜਿਹੜੀ ਵੇਵ ਆ ਰਹੀ ਹੈ ਉਹਦਾ ਕੀ ਹੋਏਗਾ A2। ਤਾਂ ਇੱਥੋਂ ਆਪਾਂ ਕੀ ਕਰ ਸਕਦੇ ਹਾਂ, ਐਂਪਲੀਟਿਊਡਸ ਦੀ ਰੇਸ਼ੋ ਫਾਈਂਡ ਕਰ ਸਕਦੇ ਹਾਂ, ਸਕੇਅਰ ਰੂਟ ਹੁੰਦਾ I1 I2 ਦਾ, ਤਾਂ ਇੱਥੋਂ ਕੀ ਹੋਊਗਾ 64/1 ਦਾ ਆਪਾਂ ਸਕੇਅਰ ਰੂਟ ਕਰ ਲਾਂਗੇ, ਦੈਟ ਇਜ਼ 8/1, ਠੀਕ ਹੈ। ਹੁਣ ਫਾਈਂਡ ਕੀ ਕਰਨਾ ਆਪਾਂ ਨੇ, ਕੈਲਕੂਲੇਟ ਦ ਰੇਸ਼ੋ ਆਫ ਮੈਕਸਿਮਮ ਐਂਡ ਮਿਨੀਮਮ ਇੰਟੈਂਸਿਟੀ। ਜੋ ਵੀ ਆਪਾਂ ਨੂੰ ਫਾਈਨਲ 'ਚ ਰਿਲੇਸ਼ਨ ਪੈਟਰਨ ਮਿਲ ਰਿਹਾ ਉਹ ਮੈਕਸਿਮਮ ਮਿਨੀਮਮ ਫਰਿੰਜਸ ਦਾ ਮਿਲ ਰਿਹਾ। ਤਾਂ ਇਹਨਾਂ ਨੇ ਕਿਹਾ ਵੀ I ਮੈਕਸ, ਜਿੰਨੀ ਮੈਕਸਿਮਮ ਤੋਂ ਮੈਕਸਿਮਮ ਇੰਟੈਂਸਿਟੀ ਹੈ ਅਤੇ ਮਿਨੀਮਮ ਤੋਂ ਮਿਨੀਮਮ ਇੰਟੈਂਸਿਟੀ ਹੈ, ਉਹਨਾਂ ਦੀ ਰੇਸ਼ੋ ਫਾਈਂਡ ਕਰਨੀ ਹੈ। ਤਾਂ ਉੱਥੇ ਫਾਰਮੂਲਾ ਕਿਹੜਾ ਲੱਗਦਾ ਆਪਣੇ ਕੋਲ, A1 + A2 ਦਾ ਹੋਲ ਸਕੇਅਰ ਡਿਵਾਈਡਡ ਬਾਈ A1 - A2 ਦਾ ਹੋਲ ਸਕੇਅਰ, ਠੀਕ ਹੈ। ਤਾਂ ਇੱਥੋਂ ਦੀ ਆਪਾਂ ਕੱਢ ਸਕਦੇ ਹਾਂ A1 A2 ਦੀ ਵੈਲਿਊ ਕਿਵੇਂ ਕੱਢਾਂਗੇ, A1/A2 ਆਪਣੇ ਕੋਲ ਕੀ ਹੈ 8/1 ਹੈ, ਤਾਂ ਇੱਥੇ ਕੀ ਲਿਖ ਸਕਦੇ ਹਾਂ A1 ਕਿਹਦੇ ਇਕੁਅਲ ਆਊਗਾ 8 A2 ਦੇ ਇਕੁਅਲ। ਤਾਂ ਆਪਾਂ ਵੈਲਿਊ ਪੁੱਟ ਕਰ ਦਾਂਗੇ A1 ਦੀ ਇਸ ਇਕੁਏਸ਼ਨ ਦੇ ਵਿੱਚ 8 A2 + A2 ਦਾ ਹੋਲ ਸਕੇਅਰ ਡਿਵਾਈਡਡ ਬਾਈ 8 A2 - A2 ਦਾ ਹੋਲ ਸਕੇਅਰ। ਤਾਂ ਆਪਣੇ ਕੋਲ ਕੀ ਆ ਜਾਊਗਾ 9 A2/7 A2 ਦਾ ਹੋਲ ਸਕੇਅਰ, A2 ਨਾਲ A2 ਕੈਂਸਲ ਹੋ ਗਿਆ, ਤਾਂ ਆਪਣੇ ਕੋਲ ਕੀ ਆ ਗਿਆ 81/49। ਇਹ ਆਪਣੇ C ਨਾਲ ਮੈਚ ਕਰ ਰਿਹਾ, ਸੋ ਆਪਸ਼ਨ C ਇਜ਼ ਕਰੈਕਟ। ਨੈਕਸਟ, ਵਿਚ ਆਫ ਦ ਫੋਲੋਇੰਗ ਵੇਵਸ ਕੈਨ ਨਾਟ ਬੀ ਪੋਲਰਾਈਜ਼ਡ। ਕਿਹੜੀਆਂ ਵੇਵਸ ਜਿਹੜੀਆਂ ਨੇ ਪੋਲਰਾਈਜ਼ ਨਹੀਂ ਕੀਤੀਆਂ ਜਾ ਸਕਦੀਆਂ। ਪਹਿਲਾਂ ਤਾਂ ਪੋਲਰਾਈਜ਼ੇਸ਼ਨ ਦਾ ਮਤਲਬ ਦੇਖੀਏ, ਪੋਲਰਾਈਜ਼ੇਸ਼ਨ ਦਾ ਮਤਲਬ ਹੁੰਦਾ ਹੈ ਕਿ ਰਿਸਟ੍ਰਿਕਟ ਕਰਨਾ ਵਾਈਬ੍ਰੇਸ਼ਨ ਨੂੰ ਸਿੰਗਲ ਪਲੇਨ ਦੇ ਵਿੱਚ, ਠੀਕ ਹੈ। ਰਿਸਟ੍ਰਿਕਸ਼ਨ ਹੁੰਦੀ ਹੈ ਮਤਲਬ ਪੋਲਰਾਈਜ਼ੇਸ਼ਨ ਦਾ ਮਤਲਬ, ਠੀਕ ਹੈ। ਹੁਣ ਆਪਾਂ ਵੇਵਸ ਨੂੰ ਪੋਲਰਾਈਜ਼ ਦੀ ਗੱਲ ਕਰ ਰਹੇ ਹਾਂ, ਆਪਣੇ ਕੋਲ ਦੋ ਤਰ੍ਹਾਂ ਦੀਆਂ ਵੇਵਸ ਨੇ, ਟਰਾਂਸਵਰਸ ਵੇਵ ਅਤੇ ਲੌਂਗੀਟਿਊਡਨਲ ਵੇਵ। ਟਰਾਂਸਵਰਸ ਵੇਵ ਦੇ ਵਿੱਚ ਕੀ ਹੁੰਦੇ ਆ, ਪਾਰਟੀਕਲਸ ਜਿਹੜੇ ਨੇ ਇਹਦੇ ਉਹ ਕੀ ਕਰਦੇ ਨੇ, ਉਹ ਡਾਇਰੈਕਸ਼ਨ 'ਚ ਵਾਈਬਰੇਟ ਕਰਦੇ ਨੇ ਪਰਪੈਂਡੀਕੂਲਰ ਟੂ ਦ ਵੇਵ ਪ੍ਰੋਪੇਗੇਸ਼ਨ। ਲੌਂਗੀਟਿਊਡਨਲ ਦੇ ਵਿੱਚ ਕੀ ਹੁੰਦਾ, ਲੌਂਗੀਟਿਊਡਨਲ ਵੇਵ ਦੇ ਜਿਹੜੇ ਪਾਰਟੀਕਲਸ ਜਿਹੜੇ ਨੇ ਉਹ ਪੈਰਲਲ ਮੂਵ ਕਰਦੇ ਨੇ ਟੂ ਦ ਵੇਵ ਪ੍ਰੋਪੇਗੇਸ਼ਨ, ਮੀਨਸ ਸਿੰਗਲ ਪਲੇਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ।
ਤਾਂ ਇੱਥੇ ਆ ਜਾਂਦਾ all direction but perpendicular, ਇਹਦੇ ਵਿੱਚ ਸਿੰਗਲ ਪਲੇਨ ਜਾਂ ਸਿੰਗਲ ਡਾਇਰੈਕਸ਼ਨ ਕਹਿ ਸਕਦੇ ਹਾਂ, ਪੈਰਲਰ ਔਰ ਐਂਟੀ ਪੈਰਲਰ, ਠੀਕ ਹੈ। ਤਾਂ ਆਪਾਂ ਡੈਫੀਨੇਸ਼ਨ ਤੋਂ ਹੀ ਦੇਖ ਸਕਦੇ ਹਾਂ ਕਿ ਪੋਲਰਾਈਜੇਸ਼ਨ ਦੀ ਲੋੜ ਕਿਹਨੂੰ ਹੈ, ਟਰਾਂਸਵਰਸ ਵੇਵ ਨੂੰ ਲੋੜ ਹੈ। ਮੀਨਸ ਇਹਦੀਆਂ ਹੀ all direction ਤੋਂ ਕੀ ਹੋਊਗਾ, ਰਿਸਟ੍ਰਿਕਸ਼ਨ ਹੋ ਜਾਣਗੀਆਂ ਇੱਕ ਪਲੇਨ ਦੇ ਵਿੱਚ, ਵੇਵਸ ਦੀ ਇੱਕ ਪਲੇਨ ਦੇ ਵਿੱਚ ਰਿਸਟ੍ਰਿਕਸ਼ਨ ਹੋ ਜਾਏਗੀ ਵਾਈਬ੍ਰੇਸ਼ਨਸ ਦੀ। ਤਾਂ ਕਿਹੜੀਆਂ ਵੇਵਸ ਪੋਲਰਾਈਜ਼ ਨਹੀਂ ਕੀਤੀਆਂ ਜਾ ਸਕਦੀਆਂ, ਵਿਜ਼ੀਬਲ ਲਾਈਟ ਟਰਾਂਸਵਰਸ ਵੇਵ ਹੁੰਦੀਆਂ ਨੇ, ਰੇਡੀਓ ਵੇਵਸ ਵੀ ਟਰਾਂਸਵਰਸ ਵੇਵ ਹੁੰਦੀਆਂ ਨੇ, ਸਾਊਂਡ ਵੇਵ ਜਿਹੜੀਆਂ ਨੇ ਲੌਂਗੀਟਿਊਡਨਲ ਵੇਵਸ ਹੁੰਦੀਆਂ ਨੇ। ਐਨੀ ਟਰਾਂਸਵਰਸ ਵੇਵ ਦੇ ਵਿੱਚ ਸਾਰੀਆਂ ਹੀ ਵੇਵਸ ਆ ਜਾਂਦੀਆਂ ਨੇ ਜੋ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦੇ ਵਿੱਚ ਹੁੰਦੀਆਂ ਨੇ। ਤਾਂ ਆਪਣੇ ਕੋਲ ਸਿਰਫ ਕਿਹੜੀਆਂ ਵੇਵਸ ਪੋਲਰਾਈਜ਼ ਨਹੀਂ ਹੋ ਸਕਦੀਆਂ, ਸਾਊਂਡ ਵੇਵਸ। ਤਾਂ ਆਪਸ਼ਨ ਸੀ ਇਜ਼ ਕਰੈਕਟ। ਨੈਕਸਟ ਕੁਐਸਚਨ, ਅ ਸਿੰਗਲ ਸਲਿਟ ਡਾਇਫ੍ਰੈਕਸ਼ਨ ਪੈਟਰਨ ਇਜ਼ ਓਬਟੇਨਡ ਔਨ ਅ ਸਕਰੀਨ ਯੂਜ਼ਿੰਗ ਯੈਲੋ ਲਾਈਟ। ਐਕਸਪੈਰੀਮੈਂਟਲ ਸੈਟਅਪ ਦਿੱਤਾ ਹੋਇਆ, ਇਹ ਵੀ ਨਿਊ ਓਪਟਿਕਸ ਦੇ ਵਿੱਚੋਂ ਕੁਐਸਚਨ ਹੈ ਕਿ ਆਪਾਂ ਜਿਹੜਾ ਸਿੰਗਲ ਸਲਿਟ ਡਾਇਫ੍ਰੈਕਸ਼ਨ ਪੈਟਰਨ ਲਿੱਤਾ ਉਹ ਯੈਲੋ ਲਾਈਟ ਨੂੰ ਯੂਜ਼ ਕਰਕੇ ਲਿੱਤਾ, ਠੀਕ ਹੈ। ਅਗਰ if the yellow light is replaced by the blue light without making any other changes in the experimental setup, setup ਦੇ ਵਿੱਚ ਕੋਈ ਚੇਂਜ ਨਹੀਂ ਕੀਤਾ, ਸਿਰਫ ਲਾਈਟ ਨੂੰ ਚੇਂਜ ਕੀਤਾ, ਯੈਲੋ ਲਾਈਟ ਤੋਂ ਬਲੂ ਲਾਈਟ ਕਰਤੀ, ਤਾਂ ਡਾਇਫ੍ਰੈਕਸ਼ਨ ਬੈਂਡਸ ਮਤਲਬ ਡਾਇਫ੍ਰੈਕਸ਼ਨ ਫਰਿੰਜਿਸ ਨੂੰ ਕੀ ਹੋਊਗਾ। ਆਪਾਂ ਇਹ ਸੈਟਅਪ 'ਚ ਦੇਖ ਰਹੇ ਹਾਂ, ਫਰਿੰਜਿਸ ਬਣ ਰਹੀਆਂ ਨੇ, ਤਾਂ ਕੀ ਹੋਏਗਾ। ਤਾਂ ਪਹਿਲਾਂ ਫਰਿੰਜ ਵਿਡਥ ਦੇਖੀਏ ਕਿਵੇਂ ਰਿਲੇਟ ਕਰਦੀ ਹੈ, ਮਤਲਬ ਫਾਰਮੂਲਾ ਕੀ ਹੈ ਇਹਦਾ ਫਾਰਮੂਲਾ ਹੈਗਾ ਲੈਮਡਾ D/D। ਆਪਾਂ ਨੇ ਕੁਝ ਵੀ ਚੇਂਜ ਨਹੀਂ ਕੀਤਾ, ਸਲਿਟ ਵਿਡਥ ਨਹੀਂ ਚੇਂਜ ਕੀਤੀ, ਸਲਿਟ ਦਾ ਡਿਸਟੈਂਸ ਨਹੀਂ ਚੇਂਜ ਕੀਤਾ ਸਕਰੀਨ ਤੋਂ, ਤਾਂ ਆਪਣੇ ਕੋਲ ਸਿਰਫ ਲਾਈਟ ਚੇਂਜ ਹੋਈ ਹੈ। ਲਾਈਟ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਕੁਐਂਸੀ ਹੈ ਲੈਮਡਾ ਮਤਲਬ ਵੇਵ ਲੈਂਥ ਤੋਂ ਦਿੱਤੀ ਜਾਂਦੀ ਹੈ, ਤਾਂ ਦੇਖ ਸਕਦੇ ਆ ਕਿ ਫਰਿੰਜ ਵਿਡਥ ਜਿਹੜੀ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗੀ ਹੈ ਲੈਮਡਾ ਦੀ। ਨਾ ਹੁਣ ਯੈਲੋ ਤੋਂ ਅਗਰ ਬਲੂ ਜਾ ਰਹੇ ਹਾਂ ਤਾਂ ਲੈਮਡਾ ਕਿਵੇਂ ਵੈਰੀ ਕਰ ਰਿਹਾ, ਤਾਂ ਆਪਾਂ ਨੂੰ ਪਤਾ ਹੈ ਵਿਬਗਿਓਰ ਅਗਰ ਆਪਾਂ ਰਿਕਾਲ ਕਰੀਏ ਤਾਂ ਜਦੋਂ ਟੂਵਰਡਸ ਰੈੱਡ ਕਲਰ ਜਾਂਦੇ ਹਾਂ ਤਾਂ ਲੈਮਡਾ ਕੀ ਕਰਦਾ, ਇੰਕਰੀਜ਼ ਕਰਦਾ ਹੈ। ਤਾਂ ਯੈਲੋ ਤੋਂ ਬਲੂ ਕਰਨੀ ਜਾਂਦੇ ਹਾਂ ਤਾਂ ਲੈਮਡਾ ਕੀ ਕਰ ਰਿਹਾ ਹੈ, ਡਿਕਰੀਜ਼ ਕਰ ਰਿਹਾ ਹੈ। ਜੇ ਲੈਮਡਾ ਡਿਕਰੀਜ਼ ਕਰ ਰਿਹਾ ਤਾਂ ਬੀਟਾ ਵੀ ਕੀ ਕਰੂਗਾ, ਡਿਕਰੀਜ਼ ਕਰੂਗਾ। ਜੇ ਫਰਿੰਜ ਵਿਡਥ ਡਿਕਰੀਜ਼ ਕਰ ਰਹੀ ਹੈ, ਵਿਡਥ ਡਿਕਰੀਜ਼ ਕਰ ਰਹੀ ਹੈ, ਤਾਂ ਬੈਂਡਸ ਵਿਲ ਬੀ ਬਿਕਮ ਨੈਰੋਅਰ ਐਂਡ ਕਰਾਊਡਡ ਟੂਗੈਦਰ, ਮਤਲਬ ਉਹ ਨੈਰੋ ਹੋਣੇ ਸ਼ੁਰੂ ਹੋ ਜਾਣਗੇ ਅਤੇ ਕਰਾਊਡਡ ਹੋ ਜਾਣਗੇ। ਤਾਂ ਆਪਸ਼ਨ ਡੀ ਇਜ਼ ਕਰੈਕਟ। ਨੈਕਸਟ ਕੁਐਸਚਨ, when a light wave is reflected at the surface of an optically denser medium then the change in phase differences, ਇਹ ਵੀ ਆਪਣੇ ਕੋਲ optics ਤੋਂ question ਹੈ ਕਿ light wave reflect ਕਰ ਰਹੀ ਹੈ optically denser medium, ਮਤਲਬ ਅਗਰ ਆਪਾਂ 에ਅਰ ਤੇ ਗਲਾਸ ਦਾ ਕੇਸ ਲੈ ਲਈ, ਜਿਵੇਂ ਕਿ ਡਾਇਗਰਾਮ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਕਿ 에ਅਰ ਤੋਂ ਗਲਾਸ ਜਾ ਰਹੀ ਹੈ ਲਾਈਟ, ਉਹ ਕੀ ਕਰ ਰਹੀ ਹੈ, ਉਹਦੇ ਫੇਸ ਡਿਫਰੈਂਸ 'ਚ ਕਿੰਨਾ ਚੇਂਜ ਆਊਗਾ। ਤਾਂ ਆਪਾਂ ਬਿਲਕੁਲ ਦੇਖ ਰਹੇ ਹਾਂ ਬਿਲਕੁਲ ਫੇਸ ਚੇਂਜ ਹੋ ਗਿਆ, ਮਤਲਬ ਜਿੱਥੇ ਉਹਦਾ ਕਰਸਟ ਹੈ ਉੱਥੇ ਉਹਦਾ ਟਰਫ ਹੈ, ਮਤਲਬ 180 ਡਿਗਰੀ ਦਾ ਫੇਸ ਸ਼ਿਫਟ ਆ ਜਾਂਦਾ ਹੈ ਜਾਂ ਪਾਈ ਦਾ ਫੇਸ ਸ਼ਿਫਟ ਆ ਜਾਂਦਾ ਹੈ ਜਦੋਂ ਰਿਫਲੈਕਟ ਕਰਦੀ ਹੈ। ਤਾਂ ਵੇਵ ਪੂਰੀ ਤਰ੍ਹਾਂ ਇਨਵਰਟ ਕਰ ਜਾਂਦੀ ਹੈ ਆਫਟਰ ਰਿਫਲੈਕਸ਼ਨ। ਤਾਂ ਇਹ ਜਿਹੜੀ ਆਪਣੀ ਪ੍ਰੋਪਰਟੀ ਹੈ ਇਹ ਕਿੱਥੇ ਯੂਜ਼ ਕਰਦੇ ਹਾਂ, ਇਹ ਆਪਾਂ ਥਿਨ ਫਿਲਮ ਇੰਟਰਫੇਰੈਂਸ ਯੂਜ਼ ਕਰਦੇ ਹਾਂ। ਤਾਂ ਸੋ ਆਪਸ਼ਨ ਸੀ ਇਜ਼ ਕਰੈਕਟ ਹੇਅਰ। ਨੈਕਸਟ ਕੁਐਸਚਨ, which vapor lamp is usually used as source of light to demonstrate Newton rings experiment? ਇਹ ਆਪਣੇ ਕੋਲ optics ਚੋਂ ਹੈ ਕੁਐਸਚਨ। ਨਿਊਟਨ ਰਿੰਗਸ ਐਕਸਪੈਰੀਮੈਂਟ ਦਾ ਸੈਟਅਪ ਆਪਣੇ ਕੋਲ ਫਿਗਰ 'ਚ ਦਿਖ ਰਿਹਾ ਹੈ, ਪਿਕਚਰ 'ਚ ਦਿਖ ਰਿਹਾ ਹੈ। ਤਾਂ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਸੋਡੀਅਮ ਲੈਂਪ ਹੀ ਕਲੀਅਰਲੀ ਪਤਾ ਲੱਗ ਰਿਹਾ। ਚਲੋ ਇਹ ਕੁਐਸਚਨ ਯਾਦ ਕਰਨ ਵਾਲਾ ਹੈ ਕਿ ਵੇਪਰ ਲੈਂਪ ਕਿਹੜਾ ਯੂਜ਼ ਕਰਦੇ ਹਾਂ, ਸੋਡੀਅਮ। ਵਾਈ ਨਾ ਕੁਐਸਚਨ ਇਹ ਆ ਜਾਂਦਾ। ਚਲੋ ਆਪਸ਼ਨ ਬੀ ਇਜ਼ ਕਰੈਕਟ। ਕਿਉਂ ਯੂਜ਼ ਕਰਦੇ ਹਾਂ, ਕਿਉਂਕਿ ਸੋਡੀਅਮ ਜੋ ਹੈ ਉਹ ਇੱਕ ਮੋਨੋਕ੍ਰੋਮੈਟਿਕ ਲਾਈਟ ਹੈ। ਮੋਨੋਕ੍ਰੋਮੈਟਿਕ ਕਿਉਂ ਕਿਹਾ ਗਿਆ ਹੈ, ਬਿਕੋਜ਼ ਇਹ ਇੱਕ ਸਿੰਗਲ ਆਪਣੇ ਕੋਲ ਵੇਵ ਲੈਂਥ ਦੀ ਹੈ। ਵੈਸੇ ਤਾਂ 2 ਵੇਵ ਲੈਂਥ ਹੁੰਦੀਆਂ ਨੇ, ਬਟ ਆਪਾਂ ਇਸਨੂੰ ਨੀਅਰ ਅਬਾਊਟ ਲੈ ਲੈਂਦੇ ਹਾਂ ਕਿ ਇਹਦੇ 2 ਸ਼ੋਅ ਕਰਦਾ, ਤਾਂ ਇਹ ਵੇਵ ਲੈਂਥ ਹੈ। ਮਤਲਬ ਆਪਾਂ ਨੂੰ ਕਦੋਂ ਵੀ ਵਧੀਆ ਰਿਜ਼ਲਟ ਲਈ ਮੋਨੋਕ੍ਰੋਮੈਟਿਕ ਲਾਈਟ ਚਾਹੀਦੀ ਹੈ ਤਾਂ ਉਹ ਹੈਗੀ ਹੈ ਸੋਡੀਅਮ ਦੀ, ਤਾਂ ਕਰਕੇ ਆਪਾਂ ਸੋਡੀਅਮ ਲੈਂਪ ਯੂਜ਼ ਕਰਦੇ ਹਾਂ। ਨੈਕਸਟ ਹੈ ਡਾਇਫ੍ਰੈਕਸ਼ਨ ਇਜ਼ ਅ ਰਿਜ਼ਲਟ ਆਫ। ਡਾਇਫ੍ਰੈਕਸ਼ਨ ਜਿਹੜਾ ਹੈ ਉਹ ਕੀ ਹੁੰਦੀ ਹੈ, ਆਪਣੇ ਕੋਲ ਸਪੋਜ਼ ਕਰ ਲਓ ਇਹ ਲਾਈਟ ਸੋਰਸ ਹੈ, ਲਾਈਟ ਜਾ ਰਹੀ ਹੈ ਤਾਂ ਇੱਥੋਂ ਦੀ ਜਿਹੜੀ ਬੈਂਡਿੰਗ ਹੋ ਰਹੀ ਹੈ ਲਾਈਟ ਦੀ, ਠੀਕ ਹੈ, ਤਾਂ ਉਸਨੂੰ ਬੋਲਦੇ ਹਾਂ ਆਪਾਂ ਡਾਇਫ੍ਰੈਕਸ਼ਨ। ਲਾਈਟ ਤਾਂ ਸਟ੍ਰੇਟ ਵੀ ਜਾ ਰਹੀ ਹੈ, ਬੈਂਡ ਵੀ ਕਰ ਰਹੀ ਹੈ, ਤਾਂ ਜਦੋਂ ਇਹ ਸਟ੍ਰੇਟ ਲਾਈਟ ਅਤੇ ਬੈਂਡਿੰਗ ਵਾਲੀ ਲਾਈਟ ਸਾਰੀ ਮਿਕਸ ਹੁੰਦੀ ਹੈ, ਮਿਕਸਿੰਗ ਮਤਲਬ ਇੰਟਰਫੇਅਰ ਕਰਦੀ ਹੈ, ਤਾਂ ਆਪਣੇ ਕੋਲ ਪੈਟਰਨ ਮਿਲ ਜਾਂਦਾ ਹੈ। ਤਾਂ ਡਾਇਫ੍ਰੈਕਸ਼ਨ ਆਪਣੇ ਕੋਲ ਅਲਟੀਮੇਟਲੀ ਕਾਹਦਾ ਰਿਜ਼ਲਟ ਹੈ, ਇੰਟਰਫੇਰੈਂਸ ਦਾ। ਪੋਲਰਾਈਜੇਸ਼ਨ ਰਿਸਟ੍ਰਿਕਸ਼ਨ ਹੁੰਦੀ ਹੈ, ਰਿਫਲੈਕਸ਼ਨ ਆਪਾਂ ਨੂੰ ਪਤਾ ਸਰਫੇਸ ਤੋਂ ਰਿਫਲੈਕਟ ਕਰਕੇ ਕੋਈ ਲਾਈਟ ਵਾਪਸ ਆਉਂਦੀ ਹੈ, ਡਿਸਪਰਸ਼ਨ ਹੁੰਦਾ ਸਕੈਟਰਿੰਗ ਆਫ ਲਾਈਟ ਇਨ ਵੇਰੀਅਸ ਕਲਰਸ, ਠੀਕ ਹੈ। ਤਾਂ ਆਪਣੇ ਕੋਲ ਆਪਸ਼ਨ ਸੀ ਇਜ਼ ਕਰੈਕਟ। ਨੈਕਸਟ ਕੁਐਸਚਨ, what principle is responsible for the fact that certain sunglasses can reduce glare from reflected surfaces? ਕਿਹੜਾ ਪ੍ਰਿੰਸੀਪਲ ਰਿਸਪੋਂਸੀਬਲ ਹੈ ਕਿ ਆਪਣਾ ਜਿਹੜਾ ਗਲੇਅਰ ਹੈ ਉਹ ਰਿਡਿਊਸ ਕਰ ਦਿੰਦਾ ਸਨਗਲਾਸਿਸ ਦਾ।
ਇਹ ਆਪਣੇ ਕੋਲ ਹੈਗਾ ਪੋਲਰਾਈਜੇਸ਼ਨ, ਕਿਉਂਕਿ ਆਪਾਂ ਪਿੱਛੇ ਵੀ ਡਿਸਕਸ ਕੀਤਾ ਕਿ ਪੋਲਰਾਈਜੇਸ਼ਨ ਕੀ ਕਰਦੀ ਹੈ, ਰਿਸਟ੍ਰਿਕਟ ਕਰ ਦਿੰਦੀ ਹੈ ਵਾਈਬ੍ਰੇਸ਼ਨਸ ਨੂੰ ਇਨ ਅ ਸਿੰਗਲ ਪਲੇਨ। ਤਾਂ ਆਪਾਂ ਨੂੰ ਆਪਣੇ ਕੋਲ ਆਪਾਂ ਸਨਲਾਈਟ ਨੂੰ ਘਟਾਉਣਾ ਚਾਹ ਰਹੇ ਹਾਂ, ਰਿਡਿਊਸ ਕਰਨਾ ਚਾਹ ਰਹੇ ਹਾਂ, ਤਾਂ ਰਿਫਰੈਕਸ਼ਨ ਡਾਇਫਰੈਕਸ਼ਨ ਜਾਂ ਟੋਟਲ ਇੰਟਰਨਲ ਰਿਫਲੈਕਸ਼ਨ ਦੇ ਵਿੱਚ ਐਵੇਂ ਦੀ ਕੋਈ ਪ੍ਰੋਪਰਟੀ ਨਹੀਂ ਹੈ, ਸਿਰਫ ਪੋਲਰਾਈਜੇਸ਼ਨ ਹੀ ਡਿਕਰੀਜ਼ ਕਰ ਸਕਦੀ ਹੈ, ਗਲੇਅਰ ਨੂੰ ਘਟਾ ਸਕਦੀ ਹੈ। ਤਾਂ ਇਸੇ ਪ੍ਰਿੰਸੀਪਲ 'ਤੇ ਸਨ ਗਲਾਸਿਸ ਕੰਮ ਕਰਦੀਆਂ ਨੇ। ਤਾਂ ਆਪਸ਼ਨ ਬੀ ਇਜ਼ ਕਰੈਕਟ। ਥੈਂਕ ਯੂ।